ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਲਾਏ ਨਿਰਮਲ ਪੰਥ ਨੂੰ ਸਦੀਵ ਕਾਲ ਲਈ ਸੁਰਜੀਤ ਰੱਖਣ ਵਾਸਤੇ ਇੱਕ ਪ੍ਰੋਗਰਾਮ ਸੋਚਿਆ। ਉਹ ਆਪਣੀ ਜਗ੍ਹਾ ਕਿਸੇ ਐਸੇ ਵਿਅਕਤੀ ਨੂੰ ਬਿਠਾਉਣਾ ਚਾਹੁੰਦੇ ਸਨ ਜੋ ਇਸ ਸਤ ਮਾਰਗ ਨੂੰ ਉਹਨਾਂ ਵਾਂਗੂ ਹੀ ਕਾਇਮ ਰੱਖੇ। ਇੱਕ ਅਕਾਲ ਪੁਰਖ ਦਾ ਵਿਸ਼ਵਾਸੀ ਹੋਵੇ, ਸੇਵਾ ਭਾਵ ਤੇ ਨਿਮਰਤਾ ਦਾ ਧਾਰਨੀ ਹੋਵੇ। ਉਹਨਾਂ ਨੂੰ ਇਹੋ ਜਿਹੇ ਗੁਣਾਂ ਵਾਲੇ ਭਾਈ ਲਹਿਣਾ ਜੀ ਹੀ ਨਜ਼ਰ ਆ ਰਹੇ ਸਨ ਜੋ ਇਸ ਕਾਰਜ ਨੂੰ ਸਫਲਤਾ ਸਹਿਤ ਤੋਰੀ ਰੱਖਣ ਦੀ ਯੋਗਤਾ ਰੱਖਦੇ ਸਨ। ਸਤਿਗੁਰੂ ਜੀ ਨੇ ਆਪਣੇ ਸਾਹਿਬਜ਼ਾਦਿਆਂ ਤੇ ਭਾਈ ਲਹਿਣਾ ਜੀ ਦੀ ਪ੍ਰੀਖਿਆ ਲੈਣ ਦਾ ਵਿਚਾਰ ਬਣਾਇਆ। ਕਈ ਤਰ੍ਹਾਂ ਦੀ ਪਰਖ ਕੀਤੀ ਗਈ। ਸਾਧ ਸੰਗਤ ਜੀ, ਬਾਬਾ ਸ਼੍ਰੀ ਚੰਦ ਜੀ ਪਹਿਲੋਂ ਹੀ ਸਾਰੀ ਕਿਰਿਆ ਨੂੰ ਜਾਣ ਗਏ ਸਨ। ਉਹ ਜਾਣ ਗਏ ਸਨ ਕਿ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਹੀ ਗੁਰਗੱਦੀ ਦੇ ਮਾਲਕ ਹਨ ਅਤੇ ਬਾਬਾ ਸ਼੍ਰੀ ਚੰਦ ਜੀ ਉਦਾਸੀਨ ਮਤ ਵਿੱਚ ਰਹਿ ਕੇ ਹਮੇਸ਼ਾ ਹੀ ਭਗਤੀ ਕਰਨਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਪ੍ਰੀਖਿਆ ਲਈ ਗੁਰੂ ਜੀ ਦੇ ਦਿੱਤੇ ਕਿਸੇ ਹੁਕਮ ਨੂੰ ਨਾ ਮੰਨਿਆ। ਭਾਈ ਲਹਿਣਾ ਜੀ ਹਰ ਹੁਕਮ ਨੂੰ ਬੜੀ ਪ੍ਰਸੰਨਤਾ ਨਾਲ ਪੂਰਾ ਕਰਦੇ ਰਹੇ। ਇਸ ਚਰਚਾ ਦੀ ਸੁੰਦਕ ਹੁੰਦੀ ਹੁੰਦੀ ਸ਼੍ਰੀ ਮਾਤਾ ਸੁਲੱਖਣੀ ਜੀ ਦੇ ਕੰਨੀ ਵੀ ਜਾ ਪਈ। ਸ਼੍ਰੀ ਮਾਤਾ ਜੀ ਸਦਾ ਹੀ ਆਪਣੇ ਚਿੱਤ ਵਿੱਚ ਇਹ ਨਿਸ਼ਚਾ ਕਰੀ ਬੈਠੇ ਸਨ, ਜੋ ਇਹ ਸਭ ਕੁਝ ਰਿੱਧੀ ਸਿੱਧੀ ਬਖਸ਼ਿਸ਼ ਕਰਾਮਾਤ ਗੱਦੀ ਗੁਰਿਆਈ ਮੇਰੇ ਪੁੱਤਰਾਂ ਦਾ ਹੀ ਹੱਕ ਹੈ। ਸੁਣਦੇ ਸਾਰ ਹੀ ਅਤੀ ਵਿਚਾਰਨ ਲੱਗੇ ਤੇ ਘਰ ਆਇਆ ਸਤਿਗੁਰੂ ਜੀ ਦੇ ਹਜ਼ੂਰ ਨਿਮਰਤਾ ਸਹਿਤ ਬੇਨਤੀ ਕੀਤੀ, ਹੇ ਮਹਾਰਾਜ ਜੀ, ਮੇਰੇ ਸਰਤਾਜ ਸੁਆਮੀ ਜੀ, ਮੈਨੂੰ ਇੱਕ ਸੰਸਾ ਹੈ, ਨਿਵਰਤ ਕਰੋ। ਗੁਰੂ ਜੀ ਦੇ ਆਗਿਆ ਦੇਣ ਤੇ ਹੱਥ ਜੋੜ ਕੇ ਬੋਲੇ, ਸੁਆਮੀ ਜੀ, ਗੱਦੀ ਗੁਰਿਆਈ ਸਿੱਖਾਂ ਪੁੱਤਰਾਂ ਵਿੱਚੋਂ ਕਿਸ ਨੂੰ ਬਖਸ਼ੋਗੇ? ਗੁਰੂ ਜੀ ਨੇ ਮਾਤਾ ਜੀ ਦੇ ਮਨ ਦੀ ਸਾਰੀ ਕਲਪਨਾ ਝੱਟ ਸਮਝ ਲਈ ਤੇ ਉੱਤਰ ਦਿੱਤਾ, ਜੋ ਸੇਵਾ ਕਰਨ ਵਾਲਾ ਹੈ ਤੇ ਜਿਸ ਨੂੰ ਕਰਤਾਰ ਦਿਵਾਏਗਾ ਸੋ ਆਪ ਹੀ ਲੈ ਜਾਏਗਾ। ਅਸਾਂ ਨੂੰ ਸਿੱਖ ਤੇ ਪੁੱਤਰ ਇੱਕੋ ਜਿਹੇ ਹਨ। ਜੈਸਾ ਕਿ ਗੁਰਵਾਕ ਹੈ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਸਤਿਗੁਰੂ ਜੀ ਦੇ ਸਿੱਖ ਤੇ ਪੁੱਤਰ ਸਿੱਖੀ ਭਾਵ ਸਿਮਰਨ ਤੇ ਪ੍ਰੇਮ ਵਿੱਚ ਭਾਵੇਂ ਸਾਰੇ ਹੀ ਸ਼ਾਮਲ ਸਨ, ਪਰ ਸਤਿਗੁਰੂ ਜੀ ਦੇ ਕਈ ਇੱਕ ਪ੍ਰੀਖਿਆ ਕਰਨ ਦੇ ਸਮਿਆਂ ਤੇ ਹਰ ਗੱਲੇ ਪ੍ਰੇਮ ਵਿੱਚ, ਆਤਮ ਰੰਗ ਵਿੱਚ, ਆਗਿਆ ਪਾਲਣ ਵਿੱਚ, ਆਪਾ ਵਾਰ ਕੇ ਸਤਿਗੁਰੂ ਪ੍ਰਾਇਣ ਹੋਣ ਵਿੱਚ ਤੇ ਪੂਰਨ ਸਿੱਖੀ ਭਾਵ ਵਿੱਚ ਗੁਰਿਆਈ ਦੇ ਲਾਇਕ ਭਾਈ ਲਹਿਣਾ ਜੀ ਹੀ ਨਿਕਲੇ। ਆਖਰੀ ਪ੍ਰੀਖਿਆ ਕਰਨ ਲਈ ਸਤਿਗੁਰੂ ਜੀ ਨੇ ਇੱਕ ਅਚਰਜ ਕੌਤਕ ਵਰਤਾਇਆ। ਆਪ ਜੀ ਨੇ ਇੱਕ ਬੜਾ ਡਰਾਉਣਾ ਵੇਸ ਬਣਾ ਲਿਆ, ਹੱਥ ਵਿੱਚ ਇੱਕ ਵੱਡਾ ਮੋਟਾ ਸੋਟਾ ਫੜ ਲਿਆ, ਨਾਲ ਕੁੱਤੇ ਲੈ ਲਏ ਤੇ ਬਾਹਰ ਜੰਗਲ ਵੱਲ ਤੁਰ ਪਏ। ਆਪ ਦਾ ਇਹ ਭਿਆਨਕ ਵੇਸ ਵੇਖ ਕੇ ਕਈ ਸ਼ਰਧਾਵਾਨ ਸਿੱਖ ਆਪ ਜੀ ਦੇ ਮਗਰ ਤੁਰ ਪਏ। ਬਾਬਾ ਬੁੱਢਾ ਜੀ ਤੇ ਭਾਈ ਲਹਿਣਾ ਜੀ ਵੀ ਗੁਰੂ ਜੀ ਦੇ ਮਗਰ ਜਾ ਰਹੇ ਸਨ। ਥੋੜ੍ਹੀ ਦੂਰ ਜਾ ਕੇ ਸਤਿਗੁਰੂ ਜੀ ਨੇ ਪੈਸਿਆਂ ਦੀ ਸੋਟ ਕੀਤੀ। ਬਹੁਤ ਸਾਰੇ ਸਿੱਖ ਪੈਸੇ ਚੁਗਣ ਲੱਗ ਪਏ। ਅੱਗੇ ਜਾ ਕੇ ਗੁਰੂ ਜੀ ਨੇ ਰੁਪਈਏ ਸਿੱਟੇ। ਕਈ ਸਿੱਖ ਰੁਪਈਏ ਇਕੱਠੇ ਕਰਨ ਲੱਗ ਪਏ। ਅਜੇ ਵੀ ਕੁਝ ਪ੍ਰੇਮੀ ਸਿੱਖ ਮਗਰ ਆ ਰਹੇ ਸਨ। ਫਿਰ ਸਤਿਗੁਰੂ ਜੀ ਨੇ ਮੋਹਰਾਂ ਸੁੱਟੀਆਂ। ਕਈ ਸਿੱਖ ਮੋਹਰਾਂ ਲੈਣ ਲਈ ਰੁਕ ਗਏ। ਭਾਈ ਲਹਿਣਾ ਜੀ ਤੇ ਬਾਬਾ ਬੁੱਢਾ ਜੀ ਆਦਿ ਕੁਝ ਸਿੱਖ ਅਜੇ ਵੀ ਸਤਿਗੁਰੂ ਜੀ ਦੇ ਨਾਲ ਜਾ ਰਹੇ ਸਨ। ਸਤਿਗੁਰੂ ਜੀ ਨੇ ਕਿਹਾ ਕਿ ਸਭ ਸਿੱਖ ਚਲੇ ਜਾਓ, ਸਾਡੇ ਮਗਰ ਕੋਈ ਨਾ ਆਓ। ਸਿੱਖਾਂ ਨੇ ਕਿਹਾ, ਸਤਿਗੁਰੂ ਜੀ, ਅਸੀਂ ਆਪ ਨੂੰ ਛੱਡ ਕੇ ਕਿੱਥੇ ਜਾਈਏ? ਹੁਣ ਸਤਿਗੁਰੂ ਜੀ ਨੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਬਾਬਾ ਬੁੱਢਾ ਜੀ ਇੱਕ ਦਰਖਤ ਦੇ ਓਹਲੇ ਹੋ ਗਏ। ਕੇਵਲ ਭਾਈ ਲਹਿਣਾ ਜੀ ਹੀ ਸਾਹਮਣੇ ਖੜੋਤੇ ਰਹਿ ਗਏ। ਸਤਿਗੁਰੂ ਜੀ ਨੇ ਭਾਈ ਲਹਿਣਾ ਜੀ ਨੂੰ ਕਿਹਾ, ਤੂੰ ਕਿਉਂ ਨਹੀਂ ਜਾਂਦਾ? ਜਾ ਭਾਜਾ, ਸਾਡੇ ਮਗਰ ਆਉਣ ਦੀ ਲੋੜ ਨਹੀਂ। ਭਾਈ ਲਹਿਣਾ ਜੀ ਨੇ ਕਿਹਾ, ਮੈਂ ਆਪ ਜੀ ਦਾ ਦਰ ਛੱਡ ਕੇ ਕਿੱਧਰ ਜਾਵਾਂ?
ਮੈਂ ਤਾਂ ਆਪਦੇ ਚਰਨਾਂ ਵਿੱਚ ਹੀ ਰਹਾਂਗਾ। ਸਾਹਮਣੇ ਇੱਕ ਮੁਰਦੇ ਦੀ ਲੋਥ ਕੱਪੜੇ ਵਿੱਚ ਲਪੇਟੀ ਪਈ ਸੀ। ਸਤਿਗੁਰੂ ਜੀ ਨੇ ਭਾਈ ਲਹਿਣਾ ਜੀ ਨੂੰ ਕਿਹਾ ਕਿ ਜੇ ਤੂੰ ਸਾਡਾ ਸਿੱਖ ਹੈ ਤਾਂ ਇਸ ਮੁਰਦੇ ਨੂੰ ਖਾ। ਭਾਈ ਲਹਿਣਾ ਜੀ ਨੇ ਕਿਹਾ, ਜਿਵੇਂ ਆਪ ਜੀ ਦਾ ਹੁਕਮ ਹੋਵੇ, ਪਰ ਗੁਰੂ ਜੀ ਕਿਹੜੇ ਪਾਸਿਓਂ ਖਾਵਾਂ? ਸਤਿਗੁਰੂ ਜੀ ਨੇ ਕਿਹਾ, ਪੈਰਾਂ ਵਾਲੇ ਪਾਸਿਓਂ। ਲਹਿਣਾ ਜੀ ਨੇ ਪੈਰਾਂ ਵਾਲੇ ਪਾਸਿਓਂ ਕੱਪੜਾ ਚੁੱਕਿਆ ਤਾਂ ਕੀ ਵੇਖਿਆ ਕਿ ਉੱਥੇ ਗਰਮ ਗਰਮ ਕੜਾਹ ਪ੍ਰਸ਼ਾਦ ਦੀ ਪਰਾਤ ਪਈ ਹੈ। ਸਤਿਗੁਰੂ ਜੀ ਭਾਈ ਲਹਿਣਾ ਜੀ ਦਾ ਸਿਦਕ, ਭਰੋਸਾ ਤੇ ਪ੍ਰੇਮ ਵੇਖ ਕੇ ਬੜੇ ਪ੍ਰਸੰਨ ਹੋਏ। ਉਸ ਵੇਲੇ ਭਾਈ ਲਹਿਣਾ ਜੀ ਨੂੰ ਆਪਣੇ ਗਲ ਨਾਲ ਲਾ ਲਿਆ ਤੇ ਕਿਹਾ ਕਿ ਭਾਈ ਲਹਿਣਾ, ਤੁਸਾਂ ਸਾਡੇ ਕੋਲੋਂ ਲਹਿਣਾ ਸੀ ਤੇ ਅਸਾਂ ਦੇਣਾ ਸੀ। ਅੱਜ ਤੋਂ ਤੁਸੀਂ ਸਾਡੇ ਅੰਗਾਂ ਨਾਲ ਲੱਗ ਕੇ ਅੰਗਦ ਹੋ ਗਏ ਹੋ। ਬਾਬਾ ਬੁੱਢਾ ਜੀ ਦਰਖਤ ਦੀ ਓਟ ਵਿੱਚ ਖੜੋਤੇ ਇਹ ਸਾਰਾ ਦ੍ਰਿਸ਼ ਵੇਖ ਰਹੇ ਸਨ। ਜਿਸ ਵੇਲੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਭਾਈ ਲਹਿਣਾ ਜੀ ਨੂੰ ਆਪਣੇ ਗਲ ਨਾਲ ਲਾਇਆ, ਬਾਬਾ ਜੀ ਉਸੇ ਵੇਲੇ ਸਾਹਮਣੇ ਆ ਕੇ ਭਾਈ ਲਹਿਣਾ ਜੀ ਨੂੰ ਕਹਿਣ ਲੱਗੇ, ਭਾਈ ਲਹਿਣਾ ਜੀ, ਤੁਸੀਂ ਧੰਨ ਹੋ। ਅੱਜ ਤੁਸੀਂ ਇਕੱਲੇ ਹੀ ਸਤਿਗੁਰੂ ਜੀ ਦੀ ਪਰਖ ਵਿੱਚ ਪੂਰੇ ਉਤਰੇ ਹੋ। ਧੰਨ ਤੁਹਾਡਾ ਸਿਦਕ, ਭਰੋਸਾ ਤੇ ਯਕੀਨ ਹੈ। ਭਾਵੇਂ ਸ੍ਰੀ ਗੁਰੂ ਨਾਨਕ ਦੇਵ ਪਿਤਾ ਜੀ ਨੇ ਭਾਈ ਲਹਿਣੇ ਜੀ ਦੀ ਸੇਵਾ ਤੇ ਪ੍ਰਸੰਨ ਹੋ ਕੇ ਗੁਰਗੱਦੀ ਬਖਸ਼ ਹੀ ਦਿੱਤੀ ਸੀ ਤੇ ਗੁਰੂ ਅੰਗਦ ਦਾ ਖਿਤਾਬ ਵੀ ਦੇ ਦਿੱਤਾ ਸੀ, ਤਾਂ ਵੀ ਸ੍ਰੀ ਗੁਰੂ ਅੰਗਦ ਦੇਵ ਜੀ ਬਾਬਾ ਸ਼੍ਰੀ ਚੰਦ ਜੀ ਦੀ ਸੇਵਾ ਵਿੱਚ ਚਿੱਤ ਲਾਈ ਹੀ ਰੱਖਦੇ ਸਨ। ਜਦ ਬਾਬਾ ਜੀ ਕੁਝ ਨਾਰਾਜ਼ਗੀ ਦੇ ਕਾਰਨ ਟਾਹਲੀ ਸਾਹਿਬ ਵਿਖੇ ਆਣ ਬੈਠੇ ਸਨ, ਤਾਂ ਵੀ ਸ੍ਰੀ ਗੁਰੂ ਅੰਗਦ ਦੇਵ ਜੀ ਦਰਸ਼ਨਾਂ ਨੂੰ ਆਇਆ ਕਰਦੇ ਸਨ ਅਤੇ ਸੇਵਾ ਭਾਵਨਾ ਕਰਕੇ ਜਾਇਆ ਕਰਦੇ ਸਨ। ਬਾਬਾ ਸ਼੍ਰੀ ਚੰਦ ਜੀ ਦੇ ਸਤਸੰਗ ਵਿੱਚ ਵੀ ਹਾਜ਼ਰੀ ਭਰਦੇ ਰਹਿੰਦੇ ਸਨ। ਇਹ ਪਰਖ ਵਾਲਾ ਕੌਤਕ ਵਰਤਾ ਕੇ ਸਤਿਗੁਰੂ ਜੀ ਭਾਈ ਲਹਿਣਾ ਜੀ ਤੇ ਬਾਬਾ ਬੁੱਢਾ ਜੀ ਨੂੰ ਆਪਣੇ ਨਾਲ ਲੈ ਕੇ ਡੇਰੇ ਵਿੱਚ ਵਾਪਸ ਆ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਸੰਗਤ ਨੂੰ ਇਕੱਠਿਆਂ ਕਰਕੇ ਭਰੇ ਦੀਵਾਨ ਵਿੱਚ 17 ਹਾੜ ਸੰਮਤ 1596 ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਆਪਣੀ ਗੁਰਗੱਦੀ ਤੇ ਬਿਠਾ ਕੇ 5 ਪੈਸੇ ਤੇ ਨਾਰੀਅਲ ਅੱਗੇ ਰੱਖ ਕੇ ਮੱਥਾ ਟੇਕਿਆ ਤੇ ਪਰਿਕਰਮਾ ਕੀਤੀਆਂ। ਸਭ ਸੰਗਤਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਇਹ ਭਾਈ ਲਹਿਣਾ ਜੀ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਬਣ ਗਏ ਹਨ। ਇਹਨਾਂ ਨੂੰ ਸਾਡਾ ਰੂਪ ਹੀ ਸਮਝਣਾ। ਸਾਡੀ ਸਾਰੀ ਸ਼ਕਤੀ, ਕਲਾ ਤੇ ਜੋਤ ਹੁਣ ਇਹਨਾਂ ਵਿੱਚ ਵਰਤੇਗੀ। ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਜੀ, ਤੁਸੀਂ ਪੂਰਨ ਗੁਰਸਿੱਖ ਹੋ। ਤੁਸਾਂ ਸਿੱਖੀ ਨੂੰ ਸਹੀ ਅਰਥਾਂ ਵਿੱਚ ਜਾਣਿਆ ਹੈ। ਇਸ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦਾ ਤਿਲਕ ਤੁਸੀਂ ਲਾਓ। ਅਤੇ ਗੁਰੂ ਨਾਨਕ ਦੇਵ ਜੀ ਨੇ ਨਾਲ ਇਹ ਵੀ ਵਰ ਬਾਬਾ ਬੁੱਢਾ ਜੀ ਨੂੰ ਦਿੱਤਾ ਕਿ ਪਿੱਛੋਂ ਵੀ ਹਰ ਇੱਕ ਗੁਰੂ ਦੇ ਗੱਦੀ ਬੈਠਣ ਅਤੇ ਤਿਲਕ ਦੀ ਰਸਮ ਦੀ ਸੇਵਾ ਬਾਬਾ ਬੁੱਢਾ ਜੀ ਦੀ ਬੰਸ ਕਰਦੀ ਰਹੇਗੀ। ਸੋ ਦਸਮ ਗੁਰੂ ਜੀ ਤੱਕ ਉਹੀ ਰੀਤ ਹੁੰਦੀ ਰਹੀ। ਬਾਬਾ ਸ਼੍ਰੀ ਚੰਦ ਜੀ ਮਹਾਨ ਤਿਆਗੀ, ਬਾਲ ਬ੍ਰਹਮਚਾਰੀ, ਉਸ ਸਮੇਂ ਦੇ ਸ਼ਕਤੀਆਂ ਦੇ ਭੰਡਾਰ, ਬਜ਼ੁਰਗ ਤਪਸਵੀ ਸਨ। ਬਾਬਾ ਸ਼੍ਰੀ ਚੰਦ ਜੀ ਨੂੰ ਭੀਸ਼ਮ ਸਮਜਤੀ ਵੀ ਕਿਹਾ ਜਾਂਦਾ ਹੈ। ਆਪ ਜਿੱਥੇ ਵੀ ਗਏ ਦੋਵੇਂ ਸਮੇਂ ਸਤਸੰਗ ਲੱਗਦਾ ਰਿਹਾ। ਪਿਆਰੇ ਪਿਤਾ ਜੀ ਵਾਂਗ ਸਾਧ ਸੰਗਤ ਨੂੰ ਗਿਆਨ ਮਾਰਗ ਦੱਸ ਕੇ, ਨਾਮ ਦੇ ਛਿੱਟੇ ਮਾਰ ਕੇ ਨਿਹਾਲੋ ਨਿਹਾਲ ਕਰਦੇ ਰਹੇ। ਬਾਬਾ ਸ਼੍ਰੀ ਚੰਦ ਜੀ ਦਾ ਗੁਰੂ ਘਰ ਨਾਲ ਗੂੜਾ ਸੰਬੰਧ ਤੇ ਸਤਿਕਾਰ ਸੀ। ਇਸ ਤਰ੍ਹਾਂ ਬਾਬਾ ਬੁੱਢਾ ਜੀ ਦੇ ਤਿਲਕ ਲਾਉਣ ਤੋਂ ਬਾਅਦ ਸਭ ਸੰਗਤ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਨਮਸਕਾਰ ਕੀਤੀ ਤੇ ਫਿਰ ਸਭ ਸਿੱਖਾਂ ਪਾਸੋਂ ਮੱਥਾ ਟਿਕਵਾਇਆ। ਧੰਨ ਸਤਿਗੁਰੂ ਜੀ ਤੇ ਧੰਨ ਲੀਲਾ ਤੇ ਧੰਨ ਬਾਬਾ ਬੁੱਢਾ ਜੀ ਵਰਗੇ ਸਿੱਖ, ਜਿਨ੍ਹਾਂ ਦੇ ਹੱਥਾਂ ਨੇ ਸਤਿਗੁਰੂ ਜੀ ਦੀ ਸੇਵਾ ਕੀਤੀ ਤੇ ਹੁਣ ਦੂਜੇ ਸਤਿਗੁਰੂ ਜੀ ਦੀ ਸੇਵਾ ਪ੍ਰਾਪਤ ਹੋਈ। ਸਾਧ ਸੰਗਤ ਜੀ, ਭਾਈ ਮੰਗਲ ਸਿੰਘ ਜੀ ਦੁਆਰਾ ਲਿਖੀ ਬਾਬਾ ਬੁੱਢਾ ਜੀ ਦੀ ਜਨਮ ਸਾਖੀ ਵਿੱਚ ਇੱਕ ਸਾਖੀ ਇਹ ਵੀ ਮਿਲਦੀ ਹੈ ਕਿ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਤੀ ਤੇ ਇੱਕ ਕੰਧੋਲਾ ਵਿਛਾ ਕੇ ਆਖਿਆ, ਜੋ ਇਸ ਨੂੰ ਚੁੱਕ ਲਏ ਸੋ ਗੁਰਗੱਦੀ ਦਾ ਮਾਲਕ ਹੋਏਗਾ। ਤਾਂ ਹੌਸਲੇ ਨਾਲ ਬਾਬਾ ਸ਼੍ਰੀ ਚੰਦ ਜੀ ਤੇ ਫਿਰ ਬਾਬਾ ਲਖਮੀ ਚੰਦ ਜੀ ਵਾਰੀ-ਵਾਰੀ ਚੁੱਕ ਹਟੇ। ਜ਼ੋਰ ਸਭ ਲਾਇਆ ਪਰ ਚੁੱਕ ਨਾ ਸਕੇ। ਕੰਧੋਲਾ ਜਨਕ ਦੇ ਧਨੁੱਖ ਵਾਂਗ ਸ੍ਰਿਸ਼ਟੀ ਦਾ ਭਾਰ ਲੈ ਬੈਠਾ। ਫਿਰ ਗੁਰੂ ਜੀ ਨੇ ਆਖਿਆ, ਸਿੱਖਾਂ ਵਿੱਚੋਂ ਜਿਸ ਦਾ ਜੀ ਚਾਹੇ ਚੁੱਕੇ। ਤਦ ਵੀ ਕੋਈ ਨਾ ਚੁੱਕ ਸਕਿਆ।
ਓੜਕ ਬਾਬਾ ਬੁੱਢਾ ਜੀ ਨੂੰ ਚਿੱਤੋਂ ਤਾਂ ਚੁੱਕਣਾ ਚਾਹੁੰਦੇ ਸੀ, ਪਰ ਬੇਅਦਬੀ ਸਮਝ ਕੇ ਚੁੱਪ ਬੈਠੇ ਸੀ। ਗੁਰੂ ਜੀ ਨੇ ਚੁੱਕਣ ਦਾ ਹੁਕਮ ਦਿੱਤਾ। ਬਾਬਾ ਬੁੱਢਾ ਜੀ ਜਦ ਚੁੱਕਣ ਲੱਗੇ ਤਾਂ 4 ਪੱਲਿਆਂ ਵਿੱਚੋਂ ਕੇਵਲ 1 ਪੱਲੂ ਚੁੱਕ ਹੋਇਆ। ਓੜਕ ਰਹਿ ਗਏ ਤਾਂ ਹੁਕਮ ਪਾ ਕੇ ਭਾਈ ਲਹਿਣਾ ਜੀ ਨੇ ਕੰਧੋਲਾ ਚੁੱਕ ਕੇ ਸਿਰ 'ਤੇ ਰੱਖ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਹਜ਼ੂਰ ਲਿਆ ਰੱਖਿਆ। ਤਾਂ ਸ਼੍ਰੀ ਮੁੱਖ ਵਾਕ ਤੋਂ ਹੁਕਮ ਹੋਇਆ ਕਿ ਇਸ ਵਾਹਿਗੁਰੂ ਦੀ ਦਾਤ ਦੇ ਯੋਗ ਭਾਈ ਲਹਿਣਾ ਜੀ ਹਨ ਤੇ ਗੱਦੀ 'ਤੇ ਭਾਈ ਲਹਿਣਾ ਜੀ ਹੀ ਬੈਠਣਗੇ ਤੇ ਬਾਬਾ ਬੁੱਢਾ ਜੀ ਦੀ ਪਦਵੀ ਸਿੱਖੀ ਮੰਡਲ ਵਿੱਚ ਸੱਚੇ ਸਿੱਖ ਦੀ ਉੱਚੀ ਪਦਵੀ ਹੋਵੇਗੀ ਤੇ ਬਾਬਾ ਬੁੱਢਾ ਜੀ ਗੱਦੀ ਸਮੇਂ ਗੱਦੀ ਦੀ ਰਸਮ ਦੀ ਮਰਿਆਦਾ ਦੀ ਸੇਵਾ ਕਰਨ ਲਈ ਤਿਲਕ ਦਾ ਟਹਿਲਾ ਕਰਿਆ ਕਰਨਗੇ ਅਤੇ ਨਾਮਦਾਨ ਦੀ ਉੱਚ ਸ਼ਕਤੀ ਬਾਬਾ ਬੁੱਢਾ ਜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਖਸ਼ੀ। ਬਾਬਾ ਬੁੱਢਾ ਜੀ ਕਦੀ ਕਦਾਈ ਆਪਣੇ ਘਰ ਜਾਂਦੇ ਸੀ। ਉਹ ਵੀ ਜਦ ਘਰ ਦੇ ਸੰਬੰਧੀ ਮਿਲਣ ਮਿਲਾਉਣ ਲਈ ਬਹੁਤੇ ਜ਼ੋਰ ਦਿੰਦੇ ਅਤੇ ਸਤਿਗੁਰੂ ਜੀ ਆਪ ਹੁਕਮ ਦੇ ਕੇ ਤੋਰਦੇ ਤਾਂ ਇੱਕ ਅੱਧਾ ਦਿਨ ਹੀ ਰਹਿ ਕੇ ਝੱਟ ਸਤਿਗੁਰਾਂ ਦੇ ਹਜ਼ੂਰ ਆ ਜਾਂਦੇ ਸਨ। ਇਸੇ ਪ੍ਰਕਾਰ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੱਕ ਸ਼੍ਰੀ ਕਰਤਾਰਪੁਰ ਸਾਹਿਬ ਦੀ ਭਜਨ ਭਗਤੀ ਵਿੱਚ ਲਿਵਲੀਨ ਰਹੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।